ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੀਵੀ ਸਿੱਖਿਆ ਸੈਂਟਰ 'ਤੇ। ਅੱਜ ਅਸੀਂ ਗੱਲ ਕਰਨ ਵਾਲੇ ਹਾਂ ਪੰਜਾਬ ਜੀਕੇ ਵਿੱਚ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨਾਲ ਸੰਬੰਧਿਤ 25+ ਅਤੀ ਮਹੱਤਵਪੂਰਨ ਪ੍ਰਸ਼ਨਾਂ ਦੀ। ਇਹ ਜੋ ਪ੍ਰਸ਼ਨ ਹਨ ਇਹ ਹਰ ਇੱਕ ਐਗਜ਼ਾਮ ਵਿੱਚ ਬਾਰ-ਬਾਰ ਪੁੱਛੇ ਜਾਣ ਵਾਲੇ ਉਹ ਪ੍ਰਸ਼ਨ ਹਨ ਜੋ ਕਿ ਰਿਪੀਟਡ ਹੁੰਦੇ ਹਨ। ਮਤਲਬ ਕਿ ਹਰ ਇੱਕ ਐਗਜ਼ਾਮ ਵਿੱਚ ਇਹਨਾਂ ਦਾ ਆਉਣ ਦਾ ਚਾਂਸ ਲਗਭਗ ਪੱਕਾ ਹੀ ਹੈ ਕਿ ਇਹ ਆਉਣਗੇ ਹੀ। ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਸੈਸ਼ਨ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ। ਤਾਂ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 1 ਤੋਂ। ਪ੍ਰਸ਼ਨ ਨੰਬਰ 1 ਸਾਡੇ ਤੋਂ ਪੁੱਛਿਆ ਗਿਆ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਯੁਕਤ ਰਾਸ਼ਟਰ ਸੰਘ ਦੇ ਨਾਲ ਸੰਬੰਧਿਤ ਨਹੀਂ ਹੈ। ਪ੍ਰਸ਼ਨ ਨੰਬਰ 1 ਓਪਸ਼ਨ ਊੜਾ ILO ILO, ਓਪਸ਼ਨ ਆੜਾ ਹੈਗਾ WHO, ਓਪਸ਼ਨ ED ਹੈਗਾ ਆਸਿਆਨ, ਜਾਂ ਫਿਰ ਓਪਸ਼ਨ ਸੱਸਾ ਉਪਰੋਕਤ ਸਾਰੇ। ਇਹਦਾ ਸਹੀ ਆਂਸਰ ਹੋਗਾ ਓਪਸ਼ਨ ED ਆਸਿਆਨ, ਇਸ ਨਾਲ ਸੰਬੰਧਿਤ ਨਹੀਂ ਹੈ। ਹੁਣ ਇੱਥੇ ਗੱਲ ਹੋਈ ਹੈ ਸੰਯੁਕਤ ਰਾਸ਼ਟਰ ਸੰਘ ਦੀ, ਯੂਨਾਈਟਿਡ ਨੇਸ਼ਨ ਦੀ। ਜੇਕਰ ਆਪਾਂ ਗੱਲ ਕਰੀਏ ਯੂਨਾਈਟਿਡ ਨੇਸ਼ਨ ਦੀ ਤਾਂ ਯੂਨਾਈਟਿਡ ਨੇਸ਼ਨ ਦੀ ਜੋ ਸਥਾਪਨਾ ਹੋਈ ਸੀ ਉਹ ਹੋਈ ਸੀ 24 ਅਕਤੂਬਰ 1945 ਨੂੰ ਇਸਦੀ ਸਥਾਪਨਾ ਹੋਈ ਸੀ। ਜਦੋਂ ਇਸਦੀ ਸਥਾਪਨਾ ਹੋਈ ਸੀ ਉਦੋਂ ਇਸਦੇ ਕਿੰਨੇ ਮੈਂਬਰ ਸੀ? ਉਦੋਂ ਇਸਦੇ ਮੈਂਬਰ ਸੀ 51। 51ਵਾਂ ਮੈਂਬਰ ਜੋ ਕਿ ਸਭ ਤੋਂ ਬਾਅਦ ਬਣਿਆ ਸੀ ਉਹ ਸੀ ਪੋਲੈਂਡ। ਇਹ ਵੀ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਕਿ 51ਵਾਂ ਮੈਂਬਰ ਕੌਣ ਸੀ ਜਿਸ ਨੇ ਸਭ ਤੋਂ ਬਾਅਦ ਹਸਤਾਖਰ ਕੀਤੇ ਸੀ, ਤਾਂ ਉਹ ਸੀ ਪੋਲੈਂਡ। ਪ੍ਰਸ਼ਨ ਨੰਬਰ 1 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 2 'ਤੇ। ਪ੍ਰਸ਼ਨ ਨੰਬਰ 2 ਪੁੱਛ ਰਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪ੍ਰਧਾਨਗੀ ਪਰਿਸ਼ਦ ਪ੍ਰਧਾਨ ਪਦ ਦੇ ਅਧੀਨ ਕਿੰਨੇ ਸਮੇਂ ਲਈ ਹੁੰਦੀ ਹੈ? ਤਾਂ ਇਹ ਹੁੰਦੀ ਹੈ ਹਮੇਸ਼ਾ ਲਈ, ਮਤਲਬ ਕਿ ਹਰ ਮਹੀਨੇ। ਓਪਸ਼ਨ ਸੱਸਾ ਦੂਜੇ ਦਾ ਆਂਸਰ ਹੋਵੇਗਾ। ਪ੍ਰਸ਼ਨ ਨੰਬਰ 3 ਹੈਗਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਯੁਕਤ ਸੰਗਠਨਾਂ ਦਾ ਪ੍ਰਮੁੱਖ ਅੰਗ ਨਹੀਂ ਹੈ? ਪ੍ਰਮੁੱਖ ਅੰਗ ਨਹੀਂ ਹੈ ਕਿਹਦਾ? ਸੰਯੁਕਤ ਸੰਗਠਨਾਂ ਦਾ। ਤਾਂ ਇਸ ਦਾ ਸਹੀ ਆਂਸਰ ਹੋਗਾ ਓਪਸ਼ਨ ਊੜਾ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਇਸ ਦਾ ਅੰਗ ਨਹੀਂ ਹੈ। ਜੇ ਆਪਾਂ ਗੱਲ ਕਰੀਏ ਇਹਨਾਂ ਦੇ ਪ੍ਰਮੁੱਖ ਅੰਗਾਂ ਦੀ ਤਾਂ ਇਸਦੇ ਪ੍ਰਮੁੱਖ ਅੰਗ ਹਨ 6। ਇਸਦੇ ਪ੍ਰਮੁੱਖ ਅੰਗ ਯੂਨਾਈਟਿਡ ਨੇਸ਼ਨ ਦੇ ਕਿੰਨੇ ਅੰਗ ਹਨ? 6। ਇਹ ਵੀ ਪੇਪਰ ਵਿੱਚ ਪੁੱਛੇ ਜਾਂਦੇ। ਉਹ ਕਿਹੜੇ ਕਿਹੜੇ ਹਨ? ਪਹਿਲਾ ਹੈਗਾ ਮਹਾਸਭਾ, ਦੂਜਾ ਹੈਗਾ ਅੰਤਰਰਾਸ਼ਟਰੀ ਅਦਾਲਤ, ਤੀਜਾ ਹੈਗਾ ਸੁਰੱਖਿਆ ਪਰਿਸ਼ਦ, ਚੌਥਾ ਹੈਗਾ ਸਕੱਤਰੇਤ, ਪੰਜਵਾਂ ਹੈਗਾ ਟਰੱਸਟਸ਼ਿਪ, ਪੰਜਵਾਂ, ਅਤੇ ਛੇਵਾਂ ਆਰਥਿਕ ਅਤੇ ਸਮਾਜਿਕ ਕੌਂਸਲ। ਆਰਥਿਕ ਅਤੇ ਸਮਾਜਿਕ ਕੌਂਸਲ ਇਸਦਾ 6ਵਾਂ ਅੰਗ ਹੈ। ਇਹ ਤੁਸੀਂ ਧਿਆਨ ਰੱਖਣਾ, ਆਰਥਿਕ ਅਤੇ ਸਮਾਜਿਕ ਕੌਂਸਲ। ਆਰਥਿਕ ਅਤੇ ਸਮਾਜਿਕ ਕੌਂਸਲ ਇਸਦਾ 6ਵਾਂ ਅੰਗ ਹੈ। ਕਿੰਨੇ ਅੰਗ ਹਨ ਯੂਨਾਈਟਿਡ ਨੇਸ਼ਨ ਦੇ? 6। ਕਿਹੜੇ ਕਿਹੜੇ ਹਨ? ਪਹਿਲਾ ਮਹਾਸਭਾ, ਦੂਜਾ ਅੰਤਰਰਾਸ਼ਟਰੀ ਅਦਾਲਤ, ਤੀਜਾ ਸੁਰੱਖਿਆ ਪਰਿਸ਼ਦ ਜੱਜ, ਚੌਥਾ ਸਕੱਤਰੇਤ, ਪੰਜਵਾਂ ਟਰੱਸਟਸ਼ਿਪ, ਛੇਵਾਂ ਆਰਥਿਕ ਅਤੇ ਸਮਾਜਿਕ ਕੌਂਸਲ। ਹੁਣ ਆਪਾਂ ਚੱਲਦੇ ਹਾਂ ਪ੍ਰਸ਼ਨ ਨੰਬਰ 4 'ਤੇ। ਪ੍ਰਸ਼ਨ ਨੰਬਰ 4 ਹੈਗਾ ਜੀ ਸਥਾਈ ਸਕੱਤਰੇਤ ਸਮਨਵੈ ਕਰਨ ਦੇ ਲਈ ਸਾਰਕ ਪ੍ਰੋਗਰਾਮ ਦਾ ਦਫ਼ਤਰ ਕਿੱਥੇ ਹੈ? ਸਾਡੇ ਤੋਂ ਪੁੱਛਿਆ ਹੈਗਾ ਸਾਰਕ ਦਾ ਦਫ਼ਤਰ। ਸਾਰਕ ਪ੍ਰੋਗਰਾਮ ਦਾ ਦਫ਼ਤਰ ਹੈਗਾ ਜੀ ਕਾਠਮਾਂਡੂ, ਨੇਪਾਲ 'ਚ। ਓਪਸ਼ਨ ਸੱਸਾ। ਪ੍ਰਸ਼ਨ ਨੰਬਰ 5 ਮਨੁੱਖੀ ਅਧਿਕਾਰ 'ਤੇ ਪਹਿਲੀ ਵਾਰ ਵਿਸ਼ਵ ਸੰਮੇਲਨ ਵਿੱਚ ਭਾਰਤੀ ਪ੍ਰਤੀਨਿਧ ਮੰਡਲ ਵਿੱਚ ਕਿਸ ਨੇ ਅਗਵਾਈ ਕੀਤੀ ਸੀ? ਪਹਿਲੀ ਵਾਰ ਕਿਸ ਨੇ ਅਗਵਾਈ ਕੀਤੀ ਸੀ? ਇਹ ਇੰਪੋਰਟੈਂਟ ਪ੍ਰਸ਼ਨ ਹੈ, ਤਾਂ ਉਹ ਕੀਤੀ ਸੀ ਡਾਕਟਰ ਮਨਮੋਹਨ ਸਿੰਘ ਨੇ। ਪ੍ਰਸ਼ਨ ਨੰਬਰ 5 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 6 'ਤੇ। ਵਪਾਰ ਅਤੇ ਵਿਕਾਸ ਸੰਯੁਕਤ ਰਾਸ਼ਟਰ ਸੰਮੇਲਨ ਕਿੱਥੇ ਸਥਿਤ ਹੈ? ਪ੍ਰਸ਼ਨ ਨੰਬਰ 6 ਵਪਾਰ ਅਤੇ ਵਿਕਾਸ ਸੰਯੁਕਤ ਰਾਸ਼ਟਰ ਸੰਮੇਲਨ ਕਿੱਥੇ ਸਥਿਤ ਹੈ? ਤਾਂ ਇਹ ਸਥਿਤ ਹੈ ਜਨੇਵਾ 'ਚ। ਓਪਸ਼ਨ ਊੜਾ ਇਸ ਦਾ ਬਿਲਕੁਲ ਸਹੀ ਆਂਸਰ ਹੋਗਾ। ਪ੍ਰਸ਼ਨ ਨੰਬਰ 6 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 7 'ਤੇ। ਪ੍ਰਸ਼ਨ ਨੰਬਰ 7 ਹੈ ਕਿ ਅਮਨੈਸਟੀ ਇੰਟਰਨੈਸ਼ਨਲ ਇੱਕ ਸੰਗਠਨ ਹੈ, ਇਹ ਹੇਠ ਲਿਖੇ ਖੇਤਰਾਂ ਨਾਲ ਜੁੜਿਆ ਹੋਇਆ ਹੈ। ਪ੍ਰਸ਼ਨ ਨੰਬਰ 7
ਤਾਂ ਇਹ ਜੁੜਿਆ ਹੋਇਆ ਹੈ ਜੀ ਮਨੁੱਖੀ ਅਧਿਕਾਰ ਦੀ ਸੁਰੱਖਿਆ ਨਾਲ। ਐਮਨਿਸਟੀ ਕਿਸ ਨਾਲ ਜੁੜਿਆ ਹੋਇਆ ਹੈ? ਮਨੁੱਖੀ ਅਧਿਕਾਰ ਦੀ ਸੁਰੱਖਿਆ ਨਾਲ। ਆਪਸ਼ਨ ਈ ਡੀ। ਪ੍ਰਸ਼ਨ ਨੰਬਰ 8 ਹੈਗਾ ਜੀ ਕਹਿੰਦਾ ਹੈਲੀਫੈਕਸ ਸਿਖਰ ਸੰਮੇਲਨ ਸੀ ਮਤਲਬ ਕਿਸ ਨਾਲ ਸੰਬੰਧਿਤ ਸੀ? ਤਾਂ ਇਹ ਸੀ G7 ਦੇਸ਼ਾਂ ਨਾਲ ਸੰਬੰਧਿਤ। ਆਪਸ਼ਨ ਊੜਾ ਪ੍ਰਸ਼ਨ ਨੰਬਰ 8 ਦਾ ਆਨਸਰ ਹੋ ਗਿਆ। ਪ੍ਰਸ਼ਨ ਨੰਬਰ 8 ਤੋਂ ਬਾਅਦ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 'ਤੇ। ਸੰਯੁਕਤ ਰਾਸ਼ਟਰ ਮਹਾਸਭਾ ਦਾ ਦਫ਼ਤਰ ਕਿੱਥੇ ਹੈ? ਜੇਕਰ ਇਸ ਦੇ ਦਫ਼ਤਰ ਦੀ ਗੱਲ ਕਰੀਏ ਤਾਂ ਨਿਊਯਾਰਕ ਵਿੱਚ ਇਸ ਦਾ ਦਫ਼ਤਰ ਸਥਿਤ ਹੈ ਯੂਨਾਈਟਿਡ ਨੇਸ਼ਨ ਦਾ। ਜੇਕਰ ਇਸ ਦੀ ਗੱਲ ਕਰੀਏ ਕਿ ਵਰਤਮਾਨ ਸਮੇਂ ਵਿੱਚ ਇਸ ਦੇ ਕਿੰਨੇ ਮੈਂਬਰ ਹਨ ਤਾਂ ਵਰਤਮਾਨ ਸਮੇਂ ਵਿੱਚ 193 ਇਸ ਦੇ ਮੈਂਬਰ ਹਨ। 193ਵਾਂ ਮੈਂਬਰ ਕਿਹੜਾ ਹੈ ਤਾਂ ਉਹ ਹੈ ਸਾਊਥ ਸੁਡਾਨ। ਇਹ ਵੀ ਪੇਪਰ ਵਿੱਚ ਪੁੱਛਿਆ ਜਾਣ ਵਾਲਾ ਪ੍ਰਸ਼ਨ ਹੈ ਸਾਊਥ ਸੁਡਾਨ। ਇਸ ਨੂੰ ਵੀ ਤੁਸੀਂ ਨੋਟ ਕਰ ਲਓ। ਸਾਊਥ ਸੁਡਾਨ ਹੈ ਜੋ ਇਸ ਦਾ ਹੁਣ ਆਖਰੀ ਮੈਂਬਰ ਬਣਿਆ ਹੈ ਸਾਊਥ ਸੁਡਾਨ। ਪ੍ਰਸ਼ਨ ਨੰਬਰ 10 ਸੰਯੁਕਤ ਰਾਸ਼ਟਰ ਦਾ ਮੁੱਖ ਅੰਗ ਕਿਹੜਾ ਹੈ ਜੋ ਆਪਣੇ ਉਦੇਸ਼ ਨੂੰ ਵਧੀਆ ਰੂਪ ਵਿੱਚ ਨਿਭਾਉਂਦੇ ਹਨ? ਤਾਂ ਉਹ ਹੈ ਟਰੱਸਟਸ਼ਿਪ ਪਰਿਸ਼ਦ। ਆਪਸ਼ਨ ਸੱਸਾ। 10ਵੇਂ ਦਾ ਆਨਸਰ ਹੈ ਜੀ ਸੱਸਾ। ਪ੍ਰਸ਼ਨ ਨੰਬਰ 10 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 11 'ਤੇ ਕਿ ਯੂਨੈਸਕੋ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਯੂਨੈਸਕੋ ਦਾ ਮੁੱਖ ਦਫ਼ਤਰ ਪੈਰਿਸ ਵਿੱਚ ਸਥਿਤ ਹੈ। ਆਪਸ਼ਨ ਸੱਸਾ। ਪ੍ਰਸ਼ਨ ਨੰਬਰ 11 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 12 'ਤੇ। ਪ੍ਰਸ਼ਨ ਨੰਬਰ 12 ਸੰਯੁਕਤ ਰਾਸ਼ਟਰ ਦੀ ਕਿਹੜੀ ਸ਼ਾਖਾ ਦੀ ਸਮੱਸਿਆ ਨੂੰ ਦੇਖਦੀ ਹੈ? ਤਾਂ ਇਸਦਾ ਸਹੀ ਆਨਸਰ ਹੋਗਾ ਆਪਸ਼ਨ ਊੜਾ UNFPA। UNFPA ਸੰਯੁਕਤ ਰਾਸ਼ਟਰ ਦੀ ਸਮੱਸਿਆ ਨੂੰ ਦੇਖਦੀ ਹੈ। ਜਾਪਾਨ ਅਤੇ ਬ੍ਰਿਟੇਨ ਅਮਰੀਕਾ ਜਰਮਨੀ ਦੇ ਇਲਾਵਾ G7 ਦੇਸ਼ਾਂ ਵਿੱਚ ਸ਼ਾਮਿਲ ਹੈ। G7 ਦੀ ਗੱਲ ਹੋਈ ਹੈ। ਕੈਨੇਡਾ ਫਰਾਂਸ ਰੂਸ ਇਸ ਵਿੱਚ ਸ਼ਾਮਿਲ ਨਹੀਂ ਹੈ। ਕੈਨੇਡਾ ਇਟਲੀ ਅਤੇ ਨੀਦਰਲੈਂਡ ਵੀ ਇਸ ਵਿੱਚ ਸ਼ਾਮਿਲ ਨਹੀਂ ਹੈ। ਇਸ ਵਿੱਚ ਨੀਦਰਲੈਂਡ ਲਿਖਿਆ ਇਹ ਵੀ ਸ਼ਾਮਿਲ। ਇਸ ਦਾ ਸਹੀ ਆਨਸਰ ਹੋਗਾ ਕੈਨੇਡਾ ਫਰਾਂਸ ਅਤੇ ਇਟਲੀ। ਹੁਣ ਗੱਲ ਹੋਈ ਹੈ G7 ਦੀ। G7 ਨਾਲ ਵੀ ਬਹੁਤ ਸਾਰੇ ਪ੍ਰਸ਼ਨ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਕਿ G7 ਦੀ ਸਥਾਪਨਾ ਕਦੋਂ ਹੋਈ ਜਾਂ ਫਿਰ G8 ਕੀ ਹੈ। ਆਪਾਂ ਗੱਲ ਕਰਦੇ G7 ਦੀ ਸਥਾਪਨਾ ਦੀ। G7 ਸੀ ਜੋ ਪਹਿਲਾਂ G6 ਸੀ। ਇਹ ਤੁਸੀਂ ਧਿਆਨ ਰੱਖਣਾ G6 ਦੀ ਸਥਾਪਨਾ ਹੋਈ ਸੀ 1975 'ਚ ਅਤੇ ਇਹ ਸਥਾਪਨਾ ਕੀਤੀ ਸੀ ਫਰਾਂਸ ਨੇ। 1975 ਵਿੱਚ ਇਹਦੀ ਸਥਾਪਨਾ ਹੋਈ ਸੀ ਅਤੇ ਫਰਾਂਸ ਨੇ ਇਸਦੀ ਸਥਾਪਨਾ ਕੀਤੀ ਸੀ। ਜਦੋਂ ਇਸਦੀ ਸਥਾਪਨਾ ਹੋਈ ਸੀ ਉਦੋਂ ਇਸ ਦੇ ਮੈਂਬਰ ਸੀ 6 ਕਿਹੜੇ ਦੇਸ਼ ਸੀ? ਉਹ ਸੀ ਫਰਾਂਸ, ਜਰਮਨੀ, USA, UK, ਇਟਲੀ ਅਤੇ ਜਾਪਾਨ। ਇਹ ਇਸ ਦੇ ਮੈਂਬਰ ਸੀ ਜਦੋਂ ਇਹਦੀ ਸਥਾਪਨਾ ਹੋਈ ਸੀ। ਉਸ ਤੋਂ ਅਗਲੇ ਸਾਲ ਹੀ 1976 ਵਿੱਚ G7 ਦੀ ਸਥਾਪਨਾ ਹੋ ਗਈ ਜਦੋਂ ਇਸ ਵਿੱਚ ਕੈਨੇਡਾ ਸ਼ਾਮਲ ਹੋ ਗਿਆ। ਕੈਨੇਡਾ ਦੇ ਸ਼ਾਮਲ ਹੋਣ ਨਾਲ G7 ਦੀ ਸਥਾਪਨਾ ਹੋ ਗਈ। ਕਦੋਂ ਹੋਈ? 1976 'ਚ। ਹੁਣ ਜੇ ਆਪਾਂ ਗੱਲ ਕਰੀਏ G8 ਦੀ ਤਾਂ 1998 ਵਿੱਚ ਰੂਸ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਅਤੇ ਫਿਰ ਇਸ ਦਾ ਨਾਮ G8 ਹੋ ਗਿਆ। ਕੀ ਹੋ ਗਿਆ? G8। ਕਦੋਂ ਹੋਇਆ? 1998 'ਚ। ਕਿਸ ਦੇ ਸ਼ਾਮਲ ਹੋਣਾ ਹੋਇਆ? ਤਾਂ ਰੂਸ ਦੇ ਸ਼ਾਮਲ ਹੋਣਾ। ਅਤੇ ਫਿਰ ਜਦੋਂ 2014 ਵਿੱਚ ਰੂਸ ਨੂੰ ਬਾਹਰ ਕੱਢ ਦਿੱਤਾ, ਰਸ਼ੀਆ ਨੂੰ ਬਾਹਰ ਕੱਢਣ ਤੋਂ ਬਾਅਦ ਇਹ ਫਿਰ ਤੋਂ G7 ਬਣ ਗਿਆ। ਤਾਂ ਤੁਸੀਂ ਜੋ ਇਹ 4-5 ਪੁਆਇੰਟ ਹਨ ਤਾਂ ਧਿਆਨ ਨਾਲ ਸਮਝ ਲਓ। ਪਹਿਲੀ ਗੱਲ ਇਹ ਕਿ ਸਭ ਤੋਂ ਪਹਿਲਾਂ ਜੋ G6 ਦੀ ਸਥਾਪਨਾ ਹੋਈ ਸੀ ਉਹ ਕਦੋਂ ਹੋਈ? ਤਾਂ 1975 ਵਿੱਚ ਹੋਈ ਸੀ। ਕਿਸ ਨੇ ਕੀਤੀ ਸੀ? ਤਾਂ ਫਰਾਂਸ ਨੇ ਕੀਤੀ ਸੀ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ G7 ਦੀ ਸਥਾਪਨਾ ਕਿਸ ਨੇ ਕੀਤੀ ਸੀ? ਤਾਂ ਉਹ ਫਰਾਂਸ ਨੇ ਕੀਤੀ ਸੀ। ਉਸ ਤੋਂ ਬਾਅਦ ਕਰਦੇ ਹਾਂ ਗੱਲ ਕਿ ਜਦੋਂ ਇਹਦੀ ਸਥਾਪਨਾ ਹੋਈ ਸੀ ਤਾਂ ਇਸਦੇ ਕਿਹੜੇ 6 ਦੇਸ਼ ਮੈਂਬਰ ਸਨ? ਤਾਂ ਉਹ ਧਿਆਨ ਰੱਖਣਾ ਚਾਹੀਦਾ ਫਰਾਂਸ, ਜਰਮਨੀ, US, UK, ਇਟਲੀ ਅਤੇ ਜਾਪਾਨ। ਬਾਅਦ ਵਿੱਚ ਕਿਹੜੇ ਸ਼ਾਮਲ ਹੋਏ? ਇਹ ਕੈਨੇਡਾ ਸ਼ਾਮਲ ਹੋਇਆ 7ਵਾਂ ਅਤੇ ਰਸ਼ੀਆ ਵੀ ਹੋਇਆ ਸੀ। ਰਸ਼ੀਆ ਨੂੰ 2014 ਵਿੱਚ ਬਾਹਰ ਕੱਢ ਦਿੱਤਾ ਗਿਆ। ਹੁਣ ਕਿੰਨੇ ਮੈਂਬਰ ਹਨ? 7 ਹਨ। ਅਤੇ ਇਹ 7 ਮੈਂਬਰਾਂ ਨੂੰ ਯਾਦ ਰੱਖਣ ਦੀ ਇੱਕ ਟ੍ਰਿਕ ਹੈ ਜਿਸ ਨਾਲ ਤੁਸੀਂ ਇਹਨਾਂ 7 ਮੈਂਬਰਾਂ ਨੂੰ ਆਸਾਨੀ ਨਾਲ ਯਾਦ ਕਰ ਸਕਦੇ ਹੋ। ਉਹ ਟ੍ਰਿਕ ਕੀ ਹੈ? ਤੁਸੀਂ ਕੀ ਯਾਦ ਰੱਖਣਾ? ABC ਉਸ ਤੋਂ ਬਾਅਦ DE ਨੂੰ ਛੱਡ ਦੇਣਾ, DE ਨਹੀਂ ਲੈਣਾ। ਉਸ ਤੋਂ ਬਾਅਦ ਲੈਣਾ ਆਪਣਾ FG, ABC, FG, H ਨਹੀਂ ਲੈਣਾ, IJ। ਬਸ 3 2 5 5 2 7 7 ਦੇਸ਼ ਪੂਰੇ ਹੋਏ। A ਤੋਂ ਬਣ ਜਾਊਗਾ ਸਾਡਾ ਅਮਰੀਕਾ USA, B ਤੋਂ ਬਣ ਜਾਵੇਗਾ ਸਾਡਾ ਬ੍ਰਿਟੇਨ ਜਾਣੀ ਕਿ UK,
ਬ੍ਰਿਟੇਨ ਯੂਕੇ। ਸੀ ਤੋਂ ਬਣ ਜਾਊਗਾ ਕੈਨੇਡਾ। ਡੀ ਤੋਂ ਬਣ ਜਾਵੇਗਾ, ਇਹ ਡੀ ਹੈ ਨਹੀਂ, ਐਫ ਤੋਂ ਬਣ ਜਾਊਗਾ ਫਰਾਂਸ। ਜੀ ਤੋਂ ਬਣ ਜਾਊਗਾ ਜਰਮਨੀ। ਆਈ ਤੋਂ ਬਣ ਜਾਊਗਾ ਇਟਲੀ। ਜੇ ਤੋਂ ਬਣ ਜਾਊਗਾ ਜਾਪਾਨ। ਫਿਰ ਸਮਝੋ ਇਸਦੀ ਟ੍ਰਿਕੀ ਹੈ ABC। ABC ਤੋਂ ਅਮਰੀਕਾ, B ਤੋਂ ਬ੍ਰਿਟੇਨ, C ਤੋਂ ਕੈਨੇਡਾ। ਉਸ ਤੋਂ ਬਾਅਦ DE ਛੱਡ ਦੇਣਾ, F ਤੋਂ ਫਰਾਂਸ, G ਤੋਂ ਜਰਮਨੀ, H ਛੱਡ ਦੇਣਾ, I ਤੋਂ ਇਟਲੀ, J ਤੋਂ ਜਾਪਾਨ। ਸਭ ਤੋਂ ਵੱਡੀ ਕਨਫਿਊਜ਼ਨ ਜੋ ਸਟੂਡੈਂਟਸ ਨੂੰ ਹੁੰਦੀ ਹੈ ਉਹ ਹੁੰਦੀ ਹੈ ਚਾਈਨਾ, ਕਿ ਚਾਈਨਾ ਵੀ G7 ਦਾ ਮੈਂਬਰ ਹੈ। ਚਾਈਨਾ G7 ਦਾ ਮੈਂਬਰ ਨਹੀਂ ਹੈ। ਇਹ ਤੁਸੀਂ ਧਿਆਨ ਰੱਖਣੀ। ਕਿਹੜੇ ਕਿਹੜੇ ਹਨ? ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ, ਇਹ ਇਸ ਦੇ ਮੈਂਬਰ ਹਨ। ਠੀਕ ਹੈ ਜੀ। ਹੁਣ ਆਪਾਂ ਪ੍ਰਸ਼ਨ ਨੰਬਰ 14 'ਤੇ ਚੱਲਦੇ ਹਾਂ। ਪ੍ਰਸ਼ਨ ਨੰਬਰ 14 ਹੈਗਾ, ਵਿਸ਼ਵ ਬੌਧਿਕ ਸੰਪਦਾ ਸੰਗਠਨ ਦਾ ਮੁੱਖ ਦਫ਼ਤਰ ਕਿੱਥੇ ਹੈ? ਇਸ ਦਾ ਮੁੱਖ ਦਫ਼ਤਰ ਜਨੇਵਾ ਵਿੱਚ। ਜੇਕਰ ਐਗਜ਼ਾਮ ਤੁਹਾਡਾ ਨੈਗੇਟਿਵ ਮਾਰਕਿੰਗ ਵਾਲਾ ਨਹੀਂ ਹੈ, ਮਤਲਬ ਕਿ ਨੈਗੇਟਿਵ ਮਾਰਕਿੰਗ ਨਹੀਂ ਹੈ, ਅਤੇ ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨ ਨਾਲ ਕਿਸੇ ਚੀਜ਼ ਦਾ ਮੁੱਖ ਦਫ਼ਤਰ ਪੁੱਛਿਆ ਜਾਂਦਾ ਹੈ, ਯੂਨਾਈਟਿਡ ਨੇਸ਼ਨ ਨਾਲ। ਜੇਕਰ ਤੁਸੀਂ ਤੁੱਕਾ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਤੁੱਕਾ ਜਨੇਵਾ ਹੀ ਲਾਉਣਾ। ਜੇਕਰ ਤੁਹਾਨੂੰ ਨਹੀਂ ਪਤਾ ਤਾਂ ਅਤੇ ਨੈਗੇਟਿਵ ਮਾਰਕਿੰਗ ਨਹੀਂ ਹੈ। ਇਹ ਤੁਸੀਂ ਧਿਆਨ ਵਿੱਚ ਰੱਖਣਾ। ਬਹੁਤ ਸਾਰੇ ਅਜਿਹੀਆਂ ਸੰਗਠਨ ਹਨ, ਅਜਿਹੇ ਔਰਗਨਾਈਜੇਸ਼ਨ ਹਨ ਯੂਨਾਈਟਿਡ ਨੇਸ਼ਨ ਦੇ, ਜਿਨ੍ਹਾਂ ਦਾ ਕਿ ਜੋ ਮੁੱਖ ਦਫ਼ਤਰ ਹੈ, ਹੈੱਡ ਆਫਿਸ ਹੈ, ਉਹ ਜਨੇਵਾ ਵਿੱਚ ਹੈ। ਪ੍ਰਸ਼ਨ ਨੰਬਰ 14 ਤੋਂ ਬਾਅਦ ਚੱਲਦੇ ਅਸੀਂ ਪ੍ਰਸ਼ਨ ਨੰਬਰ 15 'ਤੇ। ਪ੍ਰਸ਼ਨ ਨੰਬਰ 15, ਸਾਰਕ ਨੇ ਦਸ਼ਕ 1991 ਤੋਂ 2000 ਤੱਕ ਕਿਸ ਨੂੰ ਸੰਪਰਕਿਤ ਕੀਤਾ ਹੈ? ਤਾਂ ਉਹ ਕੀਤਾ ਬਾਲਿਕਾਵਾਂ। ਆਪਸ਼ਨ ਊੜਾ। 15 ਦਾ ਸਹੀ ਆਨਸਰ ਹੋ ਜਾਵੇਗਾ ਆਪਸ਼ਨ ਊੜਾ। ਪ੍ਰਸ਼ਨ 15 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 16 'ਤੇ। ਅਨਾਜ ਅਤੇ ਖੇਤੀ ਸੰਗਠਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਇਹ ਸਥਿਤ ਹੈ ਰੋਮ, ਇਟਲੀ ਵਿੱਚ। ਪ੍ਰਸ਼ਨ ਨੰਬਰ 17 ਹੈਗਾ ਸਾਡੇ ਕੋਲ, ਹੇਠ ਲਿਖੇ ਦੇਸ਼ਾਂ ਵਿੱਚੋਂ ਕਿਹੜਾ ਦੇਸ਼ 15 ਵਿਕਾਸਸ਼ੀਲ ਦੇਸ਼ਾਂ ਦਾ ਮੈਂਬਰ ਨਹੀਂ ਹੈ? ਤਾਂ ਇਹਦਾ ਸਹੀ ਆਨਸਰ ਹੋਵੇਗਾ ਬੋਲਵੀਆ, ਆਪਸ਼ਨ ਸੱਸਾ। ਪ੍ਰਸ਼ਨ ਨੰਬਰ 17 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 18 'ਤੇ। ਪ੍ਰਸ਼ਨ ਨੰਬਰ 18, ਇਹ ਪ੍ਰਸ਼ਨ ਨੰਬਰ 19, ਇਹ ਹੈਗਾ ਪ੍ਰਸ਼ਨ ਨੰਬਰ 20। ਪ੍ਰਸ਼ਨ ਨੰਬਰ 18, ਹੇਠ ਲਿਖੇ ਵਿੱਚੋਂ 7 ਦੇਸ਼ਾਂ ਦੇ ਸਮੂਹ G7 ਦਾ ਕਿਹੜਾ ਸਹੀ ਹੈ? ਉਹ ਵਿਕਸਿਤ ਦੇਸ਼ ਹਨ, ਉਹ ਦੇਸ਼ ਉਦਯੋਗੀਕ੍ਰਿਤ ਹਨ, ਉਹ ਪਰਮਾਣੂ ਬੰਬ ਤਕਨੀਕ ਧਾਰਨ ਕਰ ਰਹੇ ਹਨ, ਉਹ ਦੇਸ਼ ਜੋ ਆਪਣੇ ਖੁਦ ਦੇ ਉਪਗ੍ਰਹਿ ਛੱਡ ਸਕਦੇ ਹਨ। ਆਪਣੇ ਖੁਦ ਦੇ ਉਪਗ੍ਰਹਿ ਬਹੁਤ ਸਾਰੇ ਦੇਸ਼ਾਂ ਨੇ ਛੱਡੇ ਹੋਏ ਹਨ। ਇਹ ਵੀ ਇਸਦਾ ਸਹੀ। ਉਹ ਪਰਮਾਣੂ ਬੰਬ, ਇਹ ਵੀ ਗਲਤ ਹੈ। ਪਰਮਾਣੂ ਬੰਬ ਵੀ ਬਹੁਤ ਸਾਰੇ ਦੇਸ਼ ਹੁਣ ਤੱਕ ਟਰਾਈ ਕਰ ਚੁੱਕੇ ਹਨ, ਮਤਲਬ ਕਿ ਟੈਸਟ ਕਰ ਚੁੱਕੇ ਹਨ। ਉਸ ਤੋਂ ਬਾਅਦ ਵਿਕਸਿਤ ਦੇਸ਼, ਸਾਰੇ ਵਿਕਸਿਤ ਦੇਸ਼ ਵੀ G7 ਵਿੱਚ ਸ਼ਾਮਲ ਨਹੀਂ ਹਨ, ਉਹ ਦੇਸ਼ ਉਦਯੋਗੀਕ੍ਰਿਤ ਹਨ। ਇਹ ਇਸਦਾ ਸਹੀ ਆਨਸਰ ਹੋਵੇਗਾ ਆੜਾ। ਪ੍ਰਸ਼ਨ ਨੰਬਰ 18 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 19 'ਤੇ। ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਜਾਨਵਰ ਵਰਲਡ ਵਾਈਡ ਫੰਡ ਫॉर ਨੇਚਰ ਦੇ ਚਿੰਨ੍ਹ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ? ਇਹ ਤੁਸੀਂ ਮੋਸਟ ਇੰਪੋਰਟੈਂਟ ਪ੍ਰਸ਼ਨ ਹੈ, ਪ੍ਰਸ਼ਨ ਨੰਬਰ 19। ਤਾਂ ਇਸਦਾ ਸਹੀ ਆਨਸਰ ਹੋਗਾ ਆੜਾ, ਪਾਂਡਾ। ਹੇਠ ਲਿਖੇ ਦੇਸ਼ਾਂ ਵਿੱਚੋਂ ਕਿਹੜਾ G8 ਸਮੂਹ ਦਾ ਮੈਂਬਰ ਨਹੀਂ ਹੈ? G8 ਕਦੋਂ ਬਣਿਆ ਸੀ? 1998 ਵਿੱਚ ਬਣਿਆ ਸੀ। ਕਿਸ ਦੇ ਸ਼ਾਮਲ ਹੋਣਾ ਬਣਿਆ ਸੀ? ਤਾਂ ਉਹ ਸ਼ਾਮਲ ਹੋਣਾ ਬਣਿਆ ਸੀ ਰੂਸ ਦੇ ਨਾਲ। ਜਰਮਨੀ ਉਸਦਾ ਹਿੱਸਾ ਸੀ ਬਿਲਕੁਲ, ਫਰਾਂਸ ਵੀ ਉਸਦਾ ਹਿੱਸਾ ਸੀ, ਇਟਲੀ ਵੀ ਸੀ, ਸਪੇਨ ਉਸਦਾ ਹਿੱਸਾ ਨਹੀਂ ਸੀ। ਤਾਂ ਇਸਦਾ ਸਹੀ ਆਨਸਰ ਹੋ ਜਾਏਗਾ ਸਪੇਨ। ਤਾਂ ਪ੍ਰਸ਼ਨ ਨੰਬਰ 20 ਦਾ ਆਨਸਰ ਕੀ ਹੈ? ਸਪੇਨ। ਪ੍ਰਸ਼ਨ ਨੰਬਰ 20 ਤੋਂ ਬਾਅਦ ਚੱਲਦੇ ਹਾਂ ਜੀ ਅਸੀਂ ਪ੍ਰਸ਼ਨ ਨੰਬਰ 21 ਦੇ। ਪ੍ਰਸ਼ਨ ਨੰਬਰ 21 ਹੈ, ਪਾਕਿਸਤਾਨ ਜੋ ਕਿ ਰਾਸ਼ਟਰਮੰਡਲ ਵਿੱਚ ਫਿਰ ਤੋਂ ਸ਼ਾਮਲ ਹੋ ਗਿਆ ਹੈ, ਨੇ ਇੱਕ ਸਾਲ ਹੀ ਖੁਦ ਨੂੰ ਬਾਹਰ ਰੱਖਿਆ ਸੀ, ਉਹ ਕਿਹੜਾ ਸਾਲ ਸੀ? ਤਾਂ ਉਹ ਸੀ ਆਪਸ਼ਨ ਏ ਡੀ 1972। 1972 ਵਿੱਚ ਪਾਕਿਸਤਾਨ ਨੇ ਖੁਦ ਨੂੰ ਰਾਸ਼ਟਰਮੰਡਲ ਤੋਂ ਬਾਹਰ ਰੱਖਿਆ ਸੀ। ਰਾਸ਼ਟਰਮੰਡਲ ਕਿਹੜੇ ਦੇਸ਼ ਆਉਂਦੇ ਰਾਸ਼ਟਰਮੰਡਲ ਦੇ ਅੰਦਰ? ਜੋ ਕਿ ਬ੍ਰਿਟੇਨ, UK ਦੇ ਅੰਡਰ ਰਹੇ ਸਨ, ਮਤਲਬ ਕਿ ਜਿਨ੍ਹਾਂ 'ਤੇ UK ਜਾਂ ਬ੍ਰਿਟੇਨ ਨੇ ਰਾਜ ਕੀਤਾ ਸੀ, ਇੰਗਲੈਂਡ ਨੇ ਰਾਜ ਕੀਤਾ ਸੀ। ਜਿਵੇਂ ਕਿ ਇੰਡੀਆ ਵੀ ਕਾਮਨਵੈਲਥ ਦਾ ਹੀ ਇੱਕ ਹਿੱਸਾ ਹੈ, ਮਤਲਬ ਕਿ ਮੈਂਬਰ ਹੈ।
ਇਹ ਤਾਂ ਪ੍ਰਸ਼ਨ ਨੰਬਰ 21 ਸੀ ਆਪਣੇ ਕੋਲ। ਪ੍ਰਸ਼ਨ ਨੰਬਰ 20 ਤੋਂ ਬਾਅਦ ਇਹ ਸੀ ਪ੍ਰਸ਼ਨ ਨੰਬਰ 21। ਇਸ ਤੋਂ ਬਾਅਦ ਚੱਲਦੇ ਆਪਾਂ ਪ੍ਰਸ਼ਨ ਨੰਬਰ 22 ਤੇ। ਹੇਠ ਲਿਖੇ ਦੇਸ਼ਾਂ ਵਿੱਚੋਂ ਕਿਹੜਾ ਦੇਸ਼ ਸਾਰਕ ਦਾ ਮੈਂਬਰ ਨਹੀਂ ਹੈ? ਨੇਪਾਲ ਹੈਗਾ, ਬੰਗਲਾਦੇਸ਼ ਵੀ ਹੈਗਾ, ਅਫਗਾਨਿਸਤਾਨ। ਆਪਸ਼ਨ ਸੱਸਾ ਮਿਆਂਮਾਰ ਇਸ ਦਾ ਮੈਂਬਰ ਨਹੀਂ ਹੈ। ਮਿਆਂਮਾਰ ਹੈ ਜੋ ਇਸ ਦਾ ਮੈਂਬਰ ਨਹੀਂ ਹੈ। ਪ੍ਰਸ਼ਨ ਨੰਬਰ 22 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 23 ਤੇ। ਪ੍ਰਸ਼ਨ ਨੰਬਰ 23 ਹੈਗਾ ਕਿ ਸਾਰਕ ਦਾ ਮੁੱਖ ਉਦੇਸ਼ ਕੀ ਹੈ? ਆਪਸ਼ਨ ਊੜਾ ਖੇਤਰੀ ਸਹਿਯੋਗ ਸਾਰਕ ਦਾ ਮੁੱਖ ਉਦੇਸ਼ ਹੈ। ਪ੍ਰਸ਼ਨ ਨੰਬਰ 23 ਤੋਂ ਬਾਅਦ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਤੇ। ਪ੍ਰਸ਼ਨ ਨੰਬਰ 24 ਸਾਡੇ ਤੋਂ ਪੁੱਛਿਆ ਜਾ ਰਿਹਾ ਕਿ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਪ੍ਰਧਾਨ ਬਣਨ ਵਾਲਾ ਪਹਿਲਾ ਭਾਰਤੀ ਕਿਹੜਾ ਸੀ? ਪ੍ਰਧਾਨ ਬਣਨ ਵਾਲਾ ਪਹਿਲਾ ਭਾਰਤੀ, ਇਹ ਤੁਸੀਂ ਯਾਦ ਰੱਖਣਾ, ਇਹ ਸੀ ਆਪਸ਼ਨ ਊੜਾ ਸ਼੍ਰੀਮਤੀ ਵਿਜੇ ਲక్ష్ਮੀ ਪੰਡਿਤ ਸੀ। ਪ੍ਰਸ਼ਨ ਨੰਬਰ 24। ਇਸ ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 25 ਤੇ। ਪ੍ਰਸ਼ਨ ਨੰਬਰ 25 ਪੁੱਛ ਰਿਹਾ ਕਿ ਪੂਰਬ ਸੋਵੀਅਤ ਸੰਘ ਗਣਰਾਜਾਂ ਦੇ ਕਿੰਨੇ ਆਜ਼ਾਦ ਰਾਜ ਰਾਸ਼ਟਰਮੰਡਲ ਦੇ ਮੈਂਬਰ ਬਣ ਗਏ ਸੀ? ਤਾਂ ਆਪਸ਼ਨ ਊੜਾ 11। ਉਸ ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 25 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 26 ਤੇ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 5 ਸਥਾਈ ਮੈਂਬਰ ਕਿਹੜੇ ਹਨ? 5 ਸਥਾਈ ਮੈਂਬਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ, ਇਹ ਇੰਪੋਰਟੈਂਟ ਪ੍ਰਸ਼ਨ ਹੈ। ਤਾਂ ਉਹ ਹਨ, ਪ੍ਰਸ਼ਨ ਨੰਬਰ 26 ਦਾ ਸਹੀ ਆਨਸਰ ਸੱਸਾ ਚੀਨ, ਫਰਾਂਸ, ਸੋਵੀਅਤ ਸੰਘ, ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ। ਕਿਹੜੇ ਕਿਹੜੇ ਹਨ? ਚਾਈਨਾ, ਫਰਾਂਸ, ਰਸ਼ੀਆ, ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ। ਹੁਣ ਅਸੀਂ ਚੱਲਦੇ ਹਾਂ ਪ੍ਰਸ਼ਨ ਨੰਬਰ 27 ਤੇ। ਪ੍ਰਸ਼ਨ ਨੰਬਰ 27 ਹੈਗਾ ਖੇਤਰੀ ਸਹਿਯੋਗ ਦੇ ਲਈ ਦੱਖਣੀ ਏਸ਼ੀਆਈ ਸੰਗਠਨ ਸਾਰਕ ਦਾ ਗਠਨ ਕਦੋਂ ਹੋਇਆ ਸੀ? ਸਾਰਕ ਦਾ ਗਠਨ ਹੋਇਆ ਸੀ 1985 ਵਿੱਚ। ਅਤੇ ਸਾਰਕ ਦਾ ਮੁੱਖ ਦਫ਼ਤਰ ਕਿੱਥੇ ਹੈ? ਤਾਂ ਕਾਠਮੰਡੂ ਨੇਪਾਲ ਵਿੱਚ ਹੈ। ਪ੍ਰਸ਼ਨ ਨੰਬਰ 27 ਤੋਂ ਬਾਅਦ ਚੱਲਦੇ ਹਾਂ ਪ੍ਰਸ਼ਨ ਨੰਬਰ 28 ਤੇ। ਹੇਠ ਲਿਖਿਆਂ ਵਿੱਚੋਂ ਵਿਸ਼ਵ ਵਪਾਰ ਸੰਗਠਨ WTO ਦਾ ਮੁੱਖ ਦਫ਼ਤਰ ਕਿੱਥੇ ਹੈ? WTO ਦਾ ਮੁੱਖ ਦਫ਼ਤਰ ਆਪਸ਼ਨ ਆੜਾ ਜਨੇਵਾ ਵਿੱਚ ਹੈ। ਜਨੇਵਾ। ਇੱਥੇ ਸਾਡੇ 25+ ਪ੍ਰਸ਼ਨ ਪੂਰੇ ਹੁੰਦੇ ਹਨ। ਅੱਜ ਦੀ ਵੀਡੀਓ ਵਿੱਚ ਅਸੀਂ ਕੀਤੇ ਹਨ 28 ਪ੍ਰਸ਼ਨ, ਅਤੇ ਇਹ 28 ਪ੍ਰਸ਼ਨ ਵਾਰ-ਵਾਰ ਰਿਪੀਟਡ ਪ੍ਰਸ਼ਨ ਹਨ, ਮਤਲਬ ਕਿ ਵਾਰ-ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਹਨ। ਜੇਕਰ ਤੁਹਾਡਾ ਇਹਨਾਂ ਪ੍ਰਸ਼ਨ ਨਾਲ ਸੰਬੰਧਿਤ ਕੋਈ ਡਾਊਟ ਹੈ ਤਾਂ ਤੁਸੀਂ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਜੀ। ਅਤੇ ਵੀਡੀਓ ਨੂੰ ਲਾਈਕ ਕਰਨਾ ਹੈ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਜੀ। ਅਤੇ ਉਸ ਤੋਂ ਇਲਾਵਾ ਜੇਕਰ ਤੁਸੀਂ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ। ਇਹ ਸੈਸ਼ਨ ਲੈਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।